पेश है कहानी उड़ीक। मैं भूआ दे मंजे ते झुकिया ही सी कि कमज़ोर ते बीमार हत्थ मेरे मोढे वल उठे। भूआ ने औखी जही हो के दो वाक ही बोले सी। मेरे देखदियां देखदियां उसदी हिक कोलों एक हवा दा गोला जिहा उठिया ते भूआ ने अखीरली हुक्की लै लई। मेरे मोढे ते टिकिया हत्थ थल्ले डिग पिया। भूआ दियां अखां खुल्लियां रह गईयां सन। मैं मिंट क लई उस दियां पुतलियां दब्बी रखियां ते मेरी धार निकलण मसां बची। औखी जही हो के बोले भूआ दे आखरी बोल भावें मेरे ਲਈ सधारण ही सन, पर शायद भूआ ਤਾਂ ਜਿਵੇਂ ਇਹ ਵਾਕ ਬੋਲਣ ਲਈ ਹੀ ਸਾਹ ਲੈਂਦੀ ਮੈਨੂੰ ਉਡੀਕ ਰਹੀ ਸੀ। ਭੂਆ ਦੇ ਸਿਰਹਾਣੇ ਪਾਸੇ ਬੈਠਦਿਆਂ ਮੈਂ ਉਸ ਦਾ ਸਿਰ ਆਪਣੇ ਗੋਡੇ ਉੱਪਰ ਧਰ ਲਿਆ ਤੇ ਮੇਰੀਆਂ ਹੰਝੂ ਭਰੀਆਂ ਅੱਖਾਂ ਉਸ ਦੇ ਚਿਹਰੇ ਤੇ ਟਿਕ ਗਈਆਂ। ਮੈਨੂੰ ਲੱਗਿਆ ਜਿਵੇਂ ਭੂਆ ਹੁਣ ਵੀ ਬੋਲੇਗੀ, ਸਾਗਰਾ ਭਾਈ ਤੂੰ ਬੜੀ ਦੇਰ ਕਰਤੀ, ਮੈਂ ਤਾਂ ਮਹੀਨੇ ਭਰ ਤੋਂ ਤੈਨੂੰ ਉਡੀਕੀ ਜਾਂਦੀ ਸੀ। ਮਹੀਨਾ ਕੀ, ਜਦੋਂ ਦੇ ਤੁਸੀਂ ਗਏ ਸੀ ਉਸੇ ਦਿਨ ਦੀ ਉਡੀਕ ਸੀ ਤੁਹਾਡੀ। ਕਦੋਂ ਦੀ ਉਡੀਕੀ ਜਾਂਦੀ ਆ? ਇਹੀ ਗੱਲ ਭੂਆ ਉਦੋਂ ਕਹਿੰਦੀ ਹੁੰਦੀ ਸੀ ਜਦੋਂ ਮੈਂ ਚੌਥੀ ਪੰਜਵੀਂ 'ਚ ਉਹਨਾਂ ਕੋਲ ਰਹਿ ਕੇ ਪੜ੍ਹਦਾ ਹੁੰਦਾ ਸੀ। ਉਹ ਮੈਨੂੰ ਤੇ ਹਾਕਮ ਨੂੰ ਸਕੂਲੋਂ ਅੱਧੀ ਛੁੱਟੀ ਵੇਲੇ ਬਾਰ 'ਚ ਖੜੀ ਉਡੀਕ ਰਹੀ ਹੁੰਦੀ। ਤਾਜ਼ੀਆਂ ਪਕਾਈਆਂ ਗੱਦਰ ਗੱਦਰ ਰੋਟੀਆਂ ਦੀ ਬੂਰਾ ਖੰਡ ਤੇ ਦੇਸੀ ਘਿਓ ਵਿੱਚ ਕੁੱਟੀ ਚੂਰੀ ਅਸੀਂ ਜਿੱਦ ਖਾਂਦੇ। ਭੂਆ ਨਾਲ ਮੇਰਾ ਮੋਹ ਬਚਪਨ ਤੋਂ ਹੀ ਸੀ। ਇਹਦਾ ਇੱਕ ਕਾਰਨ ਮੈਂ ਪ੍ਰਾਇਮਰੀ ਸਕੂਲ ਤੱਕ ਦੀ ਪੜ੍ਹਾਈ ਭੂਆ ਦੇ ਸਹੁਰੇ ਪਿੰਡ ਤੋਂ ਹੀ ਕੀਤੀ ਸੀ। ਭੂਆ ਇੱਕ ਵਾਰ ਸਾਡੇ ਪਿੰਡ ਮਿਲਣ ਆਈ। ਉਦੋਂ ਮੈਂ ਤੇ ਹਾਕਮ 5 ਕੁ ਸਾਲਾਂ ਦੇ ਹੋਵਾਂਗੇ। ਅਸੀਂ ਇਕੱਠੇ ਖੇਡਦੇ, ਮਸਤੀ ਕਰਦੇ, ਪੂਰੇ ਘੁਲ ਮਿਲ ਗਏ। ਜਦੋਂ ਹਫ਼ਤੇ ਕੁ ਬਾਅਦ ਫੁੱਫੜ ਭੂਆ ਨੂੰ ਲੈਣ ਆਇਆ, ਅਸੀਂ ਦੋਵਾਂ ਨੇ ਜਿੱਦ ਕਰ ਲਈ। ਹਾਕਮ ਮੇਰੇ ਬਗੈਰ ਆਪਦੇ ਪਿੰਡ ਨਹੀਂ ਜਾ ਰਿਹਾ ਸੀ। ਮੈਂ ਹਾਕਮ ਬਿਨਾਂ ਆਪਣੇ ਘਰ ਨਹੀਂ ਰਹਿਣਾ ਚਾਹੁੰਦਾ ਸੀ। ਇੱਕ ਦੂਜੇ ਨੂੰ ਘੁੱਟ ਕੇ ਫੜੀ ਅਸੀਂ ਰੋਈਏ, ਭੂੰਜੇ ਲਿਟ ਗਏ। ਬੁਰਾ ਹਾਲ। ਮਸਲਾ ਖੜਾ ਹੋ ਗਿਆ ਸੀ। ਇਸ ਮਸਲੇ ਦਾ ਹੱਲ ਫੁੱਫੜ ਨੇ ਕੱਢ ਲਿਆ ਸੀ। ਹਾਕਮ ਨੂੰ ਸਾਡੇ ਪਿੰਡ ਛੱਡਣ ਦੀ ਬਜਾਏ ਉਹਨਾਂ ਮੈਨੂੰ ਆਪਣੇ ਨਾਲ ਲਿਜਾਣਾ ਤੈਅ ਕਰ ਲਿਆ। ਬੇਬੇ ਬਾਪੂ ਕੋਲ ਭੈਣ ਰਹਿ ਗਈ ਸੀ। ਭੂਆ ਦੇ ਸਹੁਰੀ ਅਸੀਂ ਇਕੱਠੇ ਸਕੂਲ ਜਾਂਦੇ, ਆਉਂਦੇ, ਖੇਡਦੇ। ਭੂਆ ਸਾਨੂੰ ਇੱਕੋ ਜਿੰਨਾ ਪਿਆਰ ਕਰਦੀ। ਚਾਚਾ ਤੁਹਾਨੂੰ ਚਾਚੀ ਬੁਲਾਉਂਦੀ ਆ। ਹਾਕਮ ਦੇ ਮੁੰਡੇ ਹਿਰਦੇਪਾਲ ਦੀ ਆਵਾਜ਼ ਨੇ ਮੇਰੀ ਪੀਨਕ ਤੋੜ ਦਿੱਤੀ। ਮੈਂ ਚੁਫੇਰੇ ਦੇਖਿਆ, ਆਂਢ ਗੁਆਂਢ ਭੂਆ ਦੇ ਘਰ ਇਕੱਠਾ ਹੋਣ ਲੱਗ ਗਿਆ ਸੀ। ਬੁੜੀਆਂ ਕਹਿੰਦੀਆਂ ਅੰਤਮ ਇਸ਼ਨਾਨ ਵੇਲੇ ਸਾਰਾ ਕੁਝ ਪੇਕਿਆਂ ਦਾ ਹੁੰਦਾ। ਸਾਬਣ, ਤੇਲ, ਕਫਨ ਵੀ ਕਿਵੇਂ ਕਰਨਾ? ਰਮਨ ਮੇਰੀ ਸਲਾਹ ਲੈ ਰਹੀ ਸੀ। ਜਦੋਂ ਔਰਤ ਆਪਦਾ ਸਾਰਾ ਜੀਵਨ ਸਹੁਰੇ ਘਰ ਦੇ ਲੇਖੇ ਲਾ ਦਿੰਦੀ ਆ, ਫਿਰ ਅਖੀਰਲਾ ਪਹਿਰਾਵਾ ਉਹਦੇ ਸਹੁਰੇ ਘਰੋਂ ਕਿਉਂ ਨਹੀਂ? ਇਹੀ ਘਰ ਤਾਂ ਉਹਦਾ ਆਪਦਾ ਹੁੰਦਾ। ਮੇਰੀ ਮਾਂ ਪੂਰੀ ਹੋਈ ਤੋਂ ਮੈਂ ਆਪਦੀਆਂ ਮਾਮੀਆਂ ਸਾਹਮਣੇ ਅੜ ਗਿਆ ਸੀ। ਐਂ ਕਿਵੇਂ? ਤੇਰੇ ਕਹਿਣ ਨਾਲ ਕਿਤੇ ਰਿਵਾਜ ਬਦਲਣ ਲੱਗੇ ਨੇ ਭਲਾ? ਹੈਂ, ਕਮਲਾ ਨਾ ਹੋਵੇ। ਭੂਆ ਮੇਰੀਆਂ ਮਾਮੀਆਂ ਦੇ ਪੱਖ ਵਿੱਚ ਡਟ ਗਈ ਸੀ ਤੇ ਉਹ ਹੀ ਹੋਇਆ ਸੀ ਜੋ ਉਹ ਚਾਹੁੰਦੀਆਂ ਸਨ। ਮੈਂ ਚਾਹੁੰਦਾ ਹੋਇਆ ਵੀ ਮਾਂ ਦਾ ਕਫਨ ਘਰੋਂ ਨਹੀਂ ਪਾ ਸਕਿਆ ਸੀ। ਜੀਤ ਤੇ ਹਾਕਮ ਕੀ ਕਹਿੰਦੇ ਨੇ?
ਮੈਂ ਹਾਕਮ ਦੀ ਵਹੁਟੀ ਦਾ ਨਾਂ ਲੈ ਕੇ ਰਮਨ ਨੂੰ ਪੁੱਛਿਆ। ਉਹ ਵੀ ਪਿੰਡ ਵਾਲੀਆਂ ਦੀ ਬੋਲੀ ਬੋਲਦੇ ਨੇ। ਮੈਂ ਚੁੱਪ ਹੋ ਗਿਆ। ਮੈਂ ਬਟੂਏ ਚੋਂ 2000 ਦਾ ਨੋਟ ਕੱਢ ਕੇ ਰਮਨ ਨੂੰ ਫੜਾ ਦਿੱਤਾ। ਉਹ ਹਿਰਦੇਪਾਲ ਨਾਲ ਮੋਟਰਸਾਈਕਲ 'ਤੇ ਭੂਆ ਦੇ ਕਫਨ ਲਈ ਨਵੇਂ ਕੱਪੜੇ ਤੇ ਹੋਰ ਨਿੱਕ ਸੁੱਕ ਲੈਣ ਲਈ ਚਲੀ ਗਈ। ਵੇ ਨਵੇਂ ਕੱਪੜੇ ਆ, ਮਹੀਨਾ 2 ਮਹੀਨੇ ਤਾਂ ਰੱਖ ਲਓ ਨਵਿਆਂ ਵਾਂਗੂ। ਹਾਕਮ ਤੇ ਮੈਨੂੰ ਕਹੇ ਭੂਆ ਦੇ ਬੋਲ ਮੈਨੂੰ ਚੇਤੇ ਆ ਗਏ। ਭੂਆ ਫੁੱਫੜ ਨੇ ਮੇਰੇ ਤੇ ਹਾਕਮ 'ਚ ਕਦੇ ਦਰਿਆਤ ਨਹੀਂ ਰੱਖੀ ਸੀ। ਉਹਨਾਂ ਲਈ ਜਿਹੋ ਜਿਹਾ ਹਾਕਮ ਸੀ ਉਹੋ ਜਿਹਾ ਮੈਂ ਸੀ। ਜਦੋਂ ਉਹ ਹਾਕਮ ਲਈ ਕੋਈ ਚੀਜ਼ ਲਿਆਉਂਦੇ ਮੇਰਾ ਵੀ ਬਰਾਬਰ ਹੱਕ ਰੱਖਦੇ। ਇੱਕ ਵਾਰ ਭੂਆ ਨੇ ਨਵੇਂ ਕੱਪੜੇ ਲਿਆਂਦੇ। ਉਹ ਸਾਡੇ ਪਵਾ ਕੇ ਨਾਪ ਚੈੱਕ ਕਰਨ ਲੱਗ ਪਈ। ਅਸੀਂ ਉਹਨਾਂ ਕੱਪੜਿਆਂ ਨਾਲ ਹੀ ਮਿੱਟੀ ਘੱਟੇ 'ਚ ਖੇਡਣ ਲੱਗ ਪਏ। ਭੂਆ ਕਲਪਦੀ ਰਹੀ ਸੀ ਪਰ ਅਸੀਂ ਮੰਨਣ ਵਾਲੇ ਨਹੀਂ ਸੀ। ਲੋਕ ਸੱਥਰ 'ਤੇ ਆ ਰਹੇ ਸੀ, ਖਾਸ ਕਰ ਪਿੰਡ ਵਾਲੇ ਇਕੱਠੇ ਹੋ ਰਹੇ ਸੀ। ਸਕੇ ਸੰਬੰਧੀ ਵਿਹੜੇ ਦੇ ਇੱਕ ਖੂੰਜੇ ਪਈਆਂ ਮੋਟੀਆਂ ਲੱਕੜਾਂ ਛਾਂਟ ਟਰਾਲੀ 'ਚ ਰੱਖਣ ਲੱਗ ਪਏ। ਸਭ ਰਿਸ਼ਤੇਦਾਰਾਂ ਸ਼ਕੀਰੀਆਂ 'ਚ ਭੂਆ ਦੇ ਚਲਾਣੇ ਬਾਰੇ ਫੋਨ ਖੜਕ ਚੁੱਕੇ ਸਨ। ਜਦੋਂ ਦੇ ਤੁਸੀਂ ਗਏ ਸੀ ਉਸੇ ਦਿਨ ਤੋਂ ਬੇਬੇ ਥਿਵਣ ਲੱਗ ਪਈ ਸੀ। ਪਹਿਲਾਂ ਹਫ਼ਤਾ 10 ਦਿਨ ਤਾਂ ਚਾਹ ਰੋਟੀ ਵੀ ਚੱਜ ਨਾਲ ਨਹੀਂ ਖਾਧੀ ਸੀ। ਮੇਰੇ ਕੋਲ ਬੈਠਦਿਆਂ ਹਾਕਮ ਨੇ ਗੱਲ ਚਲਾਈ ਸੀ। ਕਹਿੰਦੀ ਰਹਿੰਦੀ ਸੀ ਮੇਰਾ ਪੇਕਾ ਘਰ ਸੁੰਨਾ ਹੋ ਗਿਆ, ਬਸ ਹਰ ਵੇਲੇ ਸੋਨੂੰ ਹੀ ਯਾਦ ਕਰਦੀ ਰਹਿੰਦੀ। ਹਾਂ, ਭੂਆ ਦਾ ਪੇਕਾ ਘਰ ਸੱਚਮੁੱਚ ਸੁੰਨਾ ਹੋ ਗਿਆ ਸੀ। ਬਾਪੂ ਤਾਂ ਬਹੁਤ ਸਾਲ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਜਦੋਂ ਕੁਲਦੀਪ ਆਈਲੈਟਸ ਕਰਕੇ ਕੈਨੇਡਾ ਦਾ ਜਹਾਜ਼ ਚੜ੍ਹਿਆ ਸੀ, ਬੇਬੇ ਉਹਦੇ ਫਿਕਰ ਤੇ ਵਿਛੋੜੇ ਕਾਰਨ ਕੁਝ ਮਹੀਨਿਆਂ ਵਿੱਚ ਹੀ ਜਾਂਦੇ ਰਾਹੀਆਂ ਨਾਲ ਰਲ ਗਈ ਸੀ। ਭੈਣ ਆਪਦੇ ਸਹੁਰੀ ਰੰਗੀ ਵਸਦੀ ਸੀ। ਪਿੱਛੇ ਰਹਿ ਗਏ ਸਾਂ ਮੈਂ ਤੇ ਰਮਨ। ਫਿਰ ਮੈਂ ਖੇਤ ਠੇਕੇ 'ਤੇ ਦੇਣ ਲੱਗ ਪਿਆ ਸੀ। ਖੇਤੀਬਾੜੀ ਦੇ ਸੰਦ ਮਾਲ ਡੰਗਰ 20 ਵੇਚ ਵੱਟ ਦਿੱਤੇ। ਅੱਧੇ ਕਿੱਲੇ 'ਚ ਪਾਇਆ ਸਾਡਾ ਘਰ ਦੋਵੇਂ ਜੀਆਂ ਦੇ ਹੁੰਦਿਆਂ ਵੀ ਭਾਂ ਕਰਦਾ। ਹਾਕਮ ਬੋਲੀ ਜਾ ਰਿਹਾ ਸੀ। ਹੁਣ ਮਹੀਨੇ ਕੁ ਦਾ ਤਾਂ ਬਸ ਬੋੜ ਫੁੱਟ ਗਿਆ ਸੀ। ਸਾਗਰ ਕਦੋਂ ਆਊ ਦਿਨ ਵਿੱਚ ਦੀ ਕਿੰਨੇ ਵਾਰੀ ਪੁੱਛਦੀ। ਹਾਕਮ ਦੀਆਂ ਗੱਲਾਂ ਸੁਣ ਕੇ ਮੈਨੂੰ ਭੂਆ ਦੇ ਕਹੇ ਆਖਰੀ ਵਾਕ ਯਾਦ ਆਏ, ਜਿਹੜੇ ਪਹਿਲੀ ਵਾਰ ਸੁਣਦਿਆਂ ਮੈਨੂੰ ਸੁਧਾਰਨ ਹੀ ਜਾਪੇ ਸਨ। ਹੁਣ ਉਹਨਾਂ ਵਾਕਾਂ ਦੇ ਭਾਵ ਨੂੰ ਮੈਂ ਸਮਝਣ ਦਾ ਯਤਨ ਕਰ ਰਿਹਾ ਸੀ। ਹਾਕਮ ਬਾਈ, 1 ਮਿੰਟ ਗੱਲ ਸੁਣੀ। ਇੱਕ ਮੁੰਡੇ ਨੇ ਉਸ ਨੂੰ ਬੋਲ ਮਾਰ ਲਿਆ। ਮੈਂ ਇਕੱਲਾ ਰਹਿ ਗਿਆ। ਮੇਰੀ ਸੁਰਤ ਭੈਣ ਦੇ ਵਿਆਹ ਵਾਲੇ ਦਿਨ ਤੇ ਜਾ ਕੇ ਅਟਕ ਗਈ। ਪੁੱਤ ਵੀਰ ਦਾ ਭਤੀਜਾ ਮੇਰਾ, 9 ਜੜ ਪੇਕਿਆਂ ਦੀ, 5 ਪੌੜੀਆਂ ਚਵਾਰਾ ਟੱਪ ਜਾਵਾਂ ਚੱਕ ਕੇ ਭਤੀਜੇ ਨੂੰ। ਭੂਆ ਬੋਲੀ ਤੇ ਬੋਲੀ ਪਾ ਰਹੀ ਸੀ। ਮੇਰੀ ਬਾਂਹ ਫੜ ਕੇ ਭੂਆ ਗਿੱਧੇ ਵਿੱਚ ਧਮਾਲਾਂ ਪਾ ਰਹੀ ਸੀ। ਉਹ ਇਕੱਲੀ ਹੀ ਨਾਨਕੇ ਮੇਲ ਨਾਲ ਮੜਿਕਦੀ ਮੇਰੀਆਂ ਮਾਮੀਆਂ ਨੂੰ ਦਵੱਲੀ ਫਿਰਦੀ ਸੀ। ਜਿਉਂਦਾ ਰਹੇ ਸੁੱਖ ਨਾਲ। ਕੀ ਹੋਇਆ ਬਾਈ, ਮੁੱਕ ਗਿਆ? ਇਹ ਹੈਗਾ ਮੇਰੀ ਸਾਰੀ ਉਮਰ ਦਾ ਪੇਕਾ। ਗਿੱਧੇ ਮਗਰੋਂ ਨਾਨੀ ਨਾਲ ਗੱਲਾਂ ਕਰਦੀ ਭੂਆ ਦੀ ਆਵਾਜ਼ ਮੈਨੂੰ ਸੁਣੀ ਸੀ। ਹਾਂ ਭਾਈ, ਪੇਕੇ ਤਾਂ ਪੇਕੇ ਹੁੰਦੇ ਆ। ਮਰਨ ਮਗਰੋਂ ਸਿਵਾ ਢਕਣ ਤੱਕ ਲਈ ਵੀ ਧੀਆਂ ਆਪਦੇ ਪੇਕਿਆਂ ਨੂੰ ਉਡੀਕਦੀਆਂ। ਨਾਨੀ ਦਾ ਉਸ ਸਮੇਂ ਭੂਆ ਨੂੰ ਭਰਿਆ ਹੰਗਾਰਾ ਮੇਰੇ ਦਿਮਾਗ ਵਿੱਚ ਘੰਟੀ ਵਾਂਗ ਵੱਜਿਆ। ਭੂਆ ਦੇ ਕਹੇ ਆਖਰੀ ਵਾਕ ਮੈਨੂੰ ਸਮਝ ਆਉਣ ਲੱਗ ਪਈ ਸੀ। ਕੁਲਦੀਪ ਨੂੰ ਕੈਨੇਡਾ ਦੀ PR ਮਿਲ ਗਈ ਸੀ। ਉਸਨੇ ਮੈਨੂੰ ਤੇ ਰਮਨ ਨੂੰ ਕੈਨੇਡਾ ਘੁਮਾਉਣ ਲਈ ਸਪਾਂਸਰ ਕਰ ਦਿੱਤਾ ਸੀ। ਅਸੀਂ ਕੈਨੇਡਾ ਜਾਣ ਤੋਂ ਪਹਿਲਾਂ ਹੋਰ ਸਕੀਰੀਆਂ ਦੇ ਨਾਲ ਭੂਆ ਕੋਲ ਵੀ ਗਏ ਸੀ।
ਭੂਆ ਖੁਸ਼ ਨਹੀਂ ਸੀ। ਮੈਨੂੰ ਸਮਝ ਨਹੀਂ ਆਉਂਦੀ, ਮੁਲਕ ਉੱਠ ਉੱਠ ਕਨੇਡਾ ਕਣੀ ਕਿਉਂ ਤੁਰੀ ਜਾਂਦਾ। ਤੁਸੀਂ ਆਪਦੇ ਕਣੀ ਦੇਖ ਲਓ, ਰੰਗ ਭਾਗ ਲੱਗੇ ਸੀ। ਰੱਬ ਦਾ ਦਿੱਤਾ ਸਾਰਾ ਕੁਛ ਸੀ ਆਪਦੇ ਘਰ। ਕੱਲ੍ਹ ਦਾ ਜਵਾਕ ਕੱਲੀ ਕਰੀ ਜਾਣ ਚੜ੍ਹਾਤਾ ਜਹਾਜ਼। ਹੁਣ ਮੰਗ ਰਹੇ ਆਪ ਡਾਰੀ ਮਾਰਨ ਨੂੰ ਤਿਆਰ ਹੋਏ ਫਿਰਦੇ ਹੋ। ਭੂਆ ਨੇ ਖਾਸਾ ਵੱਡਾ ਨਹੋਰਾ ਮਾਰਿਆ ਸੀ। ਭੂਆ, ਜ਼ਮਾਨੇ ਮੁਤਾਬਕ ਚੱਲਣਾ ਪੈਂਦਾ। ਨਿਆਣੇ ਮੰਨਦੇ ਨਹੀਂ ਮਾਂ ਬਾਪ ਦੀ, ਜਿਵੇਂ ਹਾਣੀ ਕਹਿੰਦੇ ਨੇ ਉਵੇਂ ਤਿਆਰ ਹੋ ਜਾਂਦੇ ਆ। ਮੈਂ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਆਹੋ, ਮੰਨਦੇ ਨਹੀਂ ਇਹਨਾਂ ਦੇ ਨਿਆਣੇ। ਰੋਸ ਜਿਹੇ ਵਿੱਚ ਭੂਆ ਨੇ ਗੱਲ ਅਧੂਰੀ ਛੱਡ ਦਿੱਤੀ। ਅਸੀਂ ਤਾਂ ਭੂਆ ਬਸ ਘੁੰਮਣ ਫਿਰ ਨਹੀਂ ਜਾਣਾ, ਕੋਈ ਪੱਕਾ ਥੋੜ੍ਹਾ ਨਾ ਰਹਿਣਾ। 6 ਮਹੀਨਿਆਂ ਨੂੰ ਮੁੜ ਆਵਾਂਗੇ। ਰਮਨ ਨੇ ਭੂਆ ਦਾ ਰੋਸਾ ਠੀਕ ਕਰਨ ਦੀ ਇੱਛਾ ਨਾਲ ਸੱਚ ਬੋਲਿਆ। ਨਾ ਅੱਗੇ ਕੋਈ ਮੁੜਿਆ, ਮੁੜ ਆਉਣਗੇ ਇਹ। ਭੂਆ ਕਾਫੀ ਗੁੱਸੇ ਵਿੱਚ ਬੋਲੀ ਸੀ। ਭੂਆ ਦੇ ਰੁੱਖੇ ਬੋਲਾਂ ਨਾਲ ਸਾਡੇ ਵਿਚਕਾਰ ਚੁੱਪੀ ਤਣ ਗਈ ਸੀ ਤੇ ਕੁਝ ਸਮੇਂ ਬਾਅਦ ਭੂਆ ਨੇ ਆਪ ਹੀ ਚੁੱਪ ਤੋੜੀ ਸੀ। ਚਲੋ ਦੇਖ ਲਓ ਭਾਈ, ਮੈਂ ਕੌਣ ਹੁੰਨੀ ਆ ਨੰਨਾ ਪਾਉਣ ਵਾਲੀ। ਫਿਰ ਵੀ ਮੈਂ ਤਾਂ ਚਾਹੁੰਦੀ ਸੀ ਮੇਰੇ ਜਿਉਂਦੇ ਜੀ ਤੱਕ ਤੁਸੀਂ ਰੁਕ ਜਾਂਦੇ। ਧੀਆਂ ਤਾਂ ਪਤਾ ਨਹੀਂ, ਧੀਆਂ ਤਾਂ ਤੋਂ ਅਗਲੀ ਗੱਲ ਕੀ ਸੀ ਜੋ ਭੂਆ ਨੇ ਪੂਰੀ ਨਹੀਂ ਕੀਤੀ ਸੀ। ਅਖੀਰ ਸਾਨੂੰ ਦੋਵਾਂ ਨੂੰ 100 ਦੇ ਨੋਟ ਫੜਾਉਂਦੀ ਬੋਲੀ ਸੀ, ਖੈਰ ਸੁੱਖ ਨਾਲ ਜਾਓ ਭਾਈ, ਰੰਗੀ ਬਸੋ। ਪਰ ਭੂਆ ਨੇ ਛੇਤੀ ਦਿਨੇ ਮੂੰਹ ਦੂਜੇ ਪਾਸੇ ਕਰ ਲਿਆ ਸੀ। ਫਿਰ ਵੀ ਅੱਖਾਂ ਰਾਹੀਂ ਛਲਕ ਆਇਆ ਮਨ ਸਾਡੇ ਤੋਂ ਛੁਪਾਉਣ 'ਚ ਅਸਫਲ ਰਹੀ ਸੀ। ਨੀ ਸਾਨੂੰ ਛੱਡ ਕੇ ਕਿੱਥੇ ਬਾਗੀ ਨੀ, ਆਈਆਂ ਨੂੰ ਗਲ ਲਾਉਣ ਨਾਲ ਗਏ ਅਮੜ ਗਏ। ਭੈਣ ਹੋਰਾਂ ਦੇ ਅੰਬਰਾਂ ਨੂੰ ਪਾੜ ਦੇਣ ਵਾਲੇ ਬੈਣਾਂ ਨੇ ਮੇਰੀ ਸੁਰਤ ਫਿਰ ਭੂਆ ਦੇ ਸੱਥਰ ਤੇ ਲੈ ਆਂਦੀ ਸੀ। ਭੈਣ ਨੂੰ 2 ਔਰਤਾਂ ਖੱਬੇ ਸੱਜੇ ਬਾਹਾਂ ਤੋਂ ਫੜੀ ਭੂਆ ਦੇ ਮੰਜੇ ਤੱਕ ਲੈ ਆਈਆਂ। ਸੰਸਕਾਰ ਮਗਰੋਂ ਰਾਤ ਨੂੰ ਭੂਆ ਬਾਰੇ, ਉਹਦੇ ਸੁਭਾਅ ਬਾਰੇ ਗੱਲਾਂ ਚੱਲ ਪਈਆਂ। ਕਦੇ ਸਿਰ ਵੀ ਨਹੀਂ ਸੀ ਦੁਖਿਆ ਬੇਬੇ ਦਾ ਵੀ ਕਿਵੇਂ ਦੁਖਦਾ ਹੁੰਦਾ। ਜੀਤ ਬੋਲ ਰਹੀ ਸੀ। ਚੰਗੀ ਖੁਰਾਕ ਸੀ, ਕੋਈ ਫਿਕਰ ਫਾਕਾ ਨਹੀਂ ਸੀ। ਪੋਤੇ ਪੋਤੀ ਨਾਲ ਦੋਸਤਾਂ ਵਾਂਗੂ ਰਹਿੰਦੀ। ਹਾਕਮ ਨੇ ਹੰਗਾਰਾ ਭਰਿਆ ਸੀ। ਕੇਰਾਂ ਗੁਆਂਢੀਆਂ ਦੀ ਭੂਆ ਆ ਗਈ ਬੇਬੇ ਨੂੰ ਮਿਲਣ। ਹਿਰਦੇਪਾਲ ਨੇ ਵੀ ਆਪਣੀ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਸੀ ਤਾਂ ਬੇਬੇ ਤੋਂ ਛੋਟੀ, ਪਰ ਬੇਬੇ ਨੇ ਉਹਦੇ ਪੈਰੀਂ ਹੱਥ ਲਾਏ, ਫੇਰ ਜੱਫੀ ਪਾ ਕੇ ਮਿਲੀ ਤੇ ਫੇਰ ਬੇਬੇ ਉਹਦਾ ਮੋਢਾ ਪਲੋਸੀ ਜਾਵੇ। ਮੈਂ ਤੇ ਨਿੱਕੀ ਨੇ ਤਾਂ ਮਸਾਂ ਹਾਸੀ ਰੋਕੀ। ਹਿਰਦੇਪਾਲ ਦੀ ਗੱਲ ਸੁਣ ਕੇ ਸਾਰਿਆਂ ਦੇ ਚਿਹਰਿਆਂ ਤੇ ਥੋੜ੍ਹੀ ਮੁਸਕਰਾਹਟ ਆ ਗਈ। ਭੂਆ ਦੀ ਇਸ ਗੱਲ ਦੇ ਅਰਥ ਮੈਂ ਸਮਝ ਸਕਦਾ ਸੀ, ਪਰ ਹਿਰਦੇਪਾਲ ਤੇ ਨਿੱਕੀ ਦੀ ਪੀੜ੍ਹੀ ਲਈ ਇਹ ਗੱਲ ਸਮਝੋਂ ਪਰੇ ਸੀ। ਐਡੀ ਛੇਤੀ ਥਿਵਣ ਵਾਲੀ ਹੈ ਨਹੀਂ ਸੀ ਭੂਆ। ਜਦੋਂ ਅਸੀਂ ਗਏ ਸੀ ਜਮਾ 9/9 ਸੀ। ਰਮਨ, ਜੀਤ ਤੇ ਭੈਣ ਵੱਲ ਝਾਕੀ। ਬਸ ਤੁਹਾਡੇ ਜਾਣ ਦੀ ਗੱਲ ਹੀ ਦਿਲ ਤੇ ਲਾ ਗਈ। ਖਾਣ ਪੀਣ ਘਟ ਗਿਆ, ਚੁੱਪ-ਚਾਪ ਰਹਿਣ ਲੱਗ ਗਈ। ਜਵਾਕ ਬਥੇਰਾ ਛੇੜਦੇ, ਪਰ ਨਾ, ਅਖੇ ਮੈਨੂੰ ਤੰਗ ਨਾ ਕਰੋ। ਮਹੀਨੇ 1.5 ਮਹੀਨੇ 'ਚ ਤਾਂ ਮੰਜੇ ਤੇ ਬਹਿ ਗਈ। ਜੀਤ ਸਾਹ ਲੈਣ ਲਈ ਰੁਕੀ। ਮੈਂ ਉਸ ਦੀਆਂ ਗੱਲਾਂ 'ਚੋਂ ਭੂਆ ਦੇ ਆਖਰੀ ਬੋਲਾਂ ਨਾਲ ਕੜੀ ਜੋੜਨ ਦਾ ਯਤਨ ਕੀਤਾ। ਜੀਤ ਬੋਲੀ ਗਈ। ਹੁਣ ਤਾਂ ਮਹੀਨੇ ਕੁ ਦੀ ਨੇ ਇੱਕੋ ਰਾਟਣ ਫੜ ਲਿਆ ਸੀ। ਮੇਰੇ ਤਾਂ ਪੇਕਿਆਂ ਦਾ ਬਾਰ ਬੰਦ ਹੋ ਗਿਆ। ਮੇਰੇ ਤਾਂ ਮਰੀ ਤੋਂ ਵੀ ਨਹੀਂ ਕੋਈ ਆਉਣ ਵਾਲਾ। ਬਿੰਦੇ ਬਿੰਦੇ ਤੁਹਾਡਾ ਨਾਂ ਲੈ ਲੈ ਕੇ ਝੋਰਾ ਕਰਦੀ ਪੁੱਛੀ ਜਾਂਦੀ, ਸਾਗਰ ਤਾਂ ਨਹੀਂ ਮੁੜਦਾ ਹੁਣ ਕਨੇਡਿਓਂ। ਰਮਨ ਨੇ ਮੇਰੇ ਵੱਲ ਦੇਖ ਕੇ ਅੱਖਾਂ ਪੂੰਝ ਲਈਆਂ। ਮੇਰਾ ਵੀ ਮਨ ਭਰਾ ਆਇਆ। ਮੈਂ ਭੂਆ ਦੀ ਸੰਵੇਦਨਾ ਸਮਝ ਸਕਦਾ ਸੀ। ਹੁਣ ਤੱਕ ਮੈਨੂੰ ਮਹਿਸੂਸ ਹੋ ਗਿਆ ਸੀ ਜਿਵੇਂ ਉਸ ਦੀ ਮੌਤ ਦਾ ਕਾਰਨ ਸਾਡਾ
ਕੈਨੇਡਾ ਤੁਰ ਜਾਣਾ ਹੀ ਸੀ ਤੇ ਭੂਆ ਦੇ ਆਖਰੀ ਬੋਲਾਂ ਦੇ ਅਰਥ ਮੇਰੇ ਮਨ ਵਿੱਚ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੇ ਸਨ। ਤੇ ਹੁਣ ਤਾਂ ਹਫ਼ਤੇ ਕੁ ਦੀ ਜਮਾਂ ਚੁੱਪ ਹੋ ਗਈ ਸੀ। ਸੁਰਤ ਸਾਰੀ ਸੀ, ਪਛਾਣਦੀ ਸਾਰਿਆਂ ਨੂੰ ਸੀ। ਜੀਤ ਬੋਲਦੀ ਬੋਲਦੀ ਚੁੱਪ ਹੋ ਗਈ ਸੀ। ਹੋਰ ਵੀ ਕੋਈ ਨਹੀਂ ਬੋਲ ਰਿਹਾ ਸੀ, ਪਰ ਹੁਣ ਤੱਕ ਤਾਂ ਭੂਆ ਦੇ ਕਹੇ ਆਖਰੀ ਬੋਲ ਮੇਰੇ ਕੰਨਾਂ 'ਚ ਛਾਂ-ਛਾਂ ਵੱਜਣ ਲੱਗ ਪਏ ਸਨ। ਤੁਸੀਂ ਆ ਗਏ ਭਾਈ ਮੇਰਾ ਸਿਵਾ ਢੱਕਣ ਵਾਲੇ, ਹੁਣ ਮੇਰੀ ਗਤੀ ਹੋ ਜੂ ਪੁੱਤ। ਤੇ ਭੂਆ ਪੂਰੀ ਹੋ ਗਈ ਸੀ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।